प्यारे बच्चों, ਅੱਜ ਆਪਾਂ 10ਵੀਂ ਕਲਾਸ ਦੀ ਪੋਇਮ ਕਰ ਰਹੇ ਹਾਂ। PSCB ਸਿਲੇਬਸ ਦੀ 10ਵੀਂ ਕਲਾਸ ਦੀ ਪੋਇਮ ਹੈ ਆ ਬੈਲਡ ਆਫ ਸਰ ਪ੍ਰਤਾਪ ਸਿੰਘ। ਬੈਲਡ ਬੱਚਿਓ ਕਾਵਿ ਰੂਪ ਦੇ ਵਿੱਚ ਇੱਕ ਗੀਤ ਹੁੰਦਾ ਹੈ ਸਰ ਪ੍ਰਤਾਪ ਸਿੰਘ ਬਾਰੇ, ਕਵਿਤਾ ਦੇ ਰੂਪ ਵਿੱਚ ਇੱਕ ਗੀਤ। ਜਾਣੀ ਕਿ ਇਹ ਸਰ ਹੈਨਰੀ ਨਿਊਬੋਲਟ ਦੀ ਲਿਖੀ ਹੋਈ ਪੋਇਮ ਹੈ। ਇਹਦੇ ਭਾਰਤ ਦੇ ਵਿੱਚ ਜਾਤੀ ਪ੍ਰਥਾ ਦੇ ਉੱਤੇ ਵਿਅੰਗ ਹੈ, ਤਕੜੀ ਚੋਟ ਲਗਾ ਰਹੀ ਹੈ। ਇਹ ਕੀ ਕਹਿੰਦੀ ਹੈ ਪੋਇਮ? The present poem exposes and attacks the tyranny of the caste system in India and asserts that a man's caste is determined not by his birth but by his actions। ਇਹ ਜਿਹੜੀ ਪੋਇਮ ਹੈ, ਕਵਿਤਾ ਹੈ, ਇਹ ਭਾਰਤ ਦੇ ਵਿੱਚ ਜਾਤੀ ਸਿਸਟਮ 'ਤੇ ਅਟੈਕ ਕਰਦੀ ਹੈ। ਜਾਤੀ ਸਿਸਟਮ 'ਤੇ ਇੱਕ ਤਕੜਾ ਵਿਅੰਗ ਹੈ। ਜਾਤ ਪ੍ਰਥਾ ਨੂੰ ਨੰਗਾ ਕਰਦੀ ਹੈ। ਐਂਡ ਅਸਰਟਸ ਦੈਟ ਆ ਮੈਨਜ਼ ਕਾਸਟ ਇਜ਼ ਡੈਟਰਮਾਈਨਡ ਨਾਟ ਬਾਈ ਹਿਜ ਬਰਥ ਬਟ ਬਾਈ ਹਿਜ ਐਕਸ਼ਨਜ਼। ਅਤੇ ਇਹ ਦੱਸਦੀ ਹੈ ਵੀ ਜਿਹੜੀ ਮਨੁੱਖ ਦੀ ਕਾਸਟ ਹੈ, ਮਨੁੱਖ ਦੀ ਜਿਹੜੀ ਜਾਤੀ ਹੈ, ਉਹ ਉਸ ਦੇ ਜਨਮ ਤੋਂ ਨਹੀਂ ਬਲਕਿ ਉਸ ਦੇ ਕੰਮਾਂ ਤੋਂ ਨਿਰਧਾਰਿਤ ਹੁੰਦੀ ਹੈ। ਕੰਮਾਂ ਤੋਂ ਉਸਦੇ ਐਕਸ਼ਨ ਮੀਨਜ਼ ਕੰਮਾਂ ਤੋਂ ਨਿਰਧਾਰਿਤ ਕੀਤੀ ਜਾਂਦੀ ਹੈ, ਕੀਤੀ ਜਾਣੀ ਚਾਹੀਦੀ ਹੈ। men of noble heart irrespective of their birth belong to one caste। ਜਿਹੜੇ ਨੇਕ ਦਿਲ ਇਨਸਾਨ ਨੇ, ਚੰਗੇ ਕੰਮ ਕਰਨ ਵਾਲੇ ਇਨਸਾਨ ਨੇ, ਆਪਣੇ ਬਰਥ ਤੋਂ ਇਲਾਵਾ ਉਹਨਾਂ ਦੀ ਜਿਹੜੀ ਕਾਸਟ ਹੈ ਉਹ ਇੱਕ ਹੀ ਕਾਸਟ ਹੁੰਦੀ ਹੈ, ਇੱਕ ਹੀ ਜਾਤ ਨਾਲ ਸੰਬੰਧ ਰੱਖਦੇ ਹਨ। ਮੈਂ ਬਾਰ-ਬਾਰ ਜਾਤ ਦੀ ਥਾਂ 'ਤੇ ਕਾਸਟ ਹੀ ਬੋਲਾਂਗੀ, ਸਮਝ ਲੈਣਾ ਤੁਸੀਂ। ਕਾਸਟ ਦਾ ਮਤਲਬ ਜਾਤ ਹੁੰਦਾ ਹੈ। ਆ ਟਰੂ ਸੋਲਜੀਅਰ ਇਜ਼ ਰਿਲੇਟਡ ਟੂ ਆਲ ਦਾ ਸੋਲਜੀਅਰਸ ਆਫ ਦਾ ਵਰਲਡ। ਇੱਕ ਸੱਚਾ ਸਿਪਾਹੀ ਸੰਸਾਰ ਦੇ ਸਾਰੇ ਸਿਪਾਹੀਆਂ ਦੇ ਨਾਲ ਸੰਬੰਧ ਰੱਖਦਾ ਹੈ, ਵੀ ਇੱਕੋ ਜਿਹੇ ਹੁੰਦੇ ਨੇ ਸਾਰੇ ਸਿਪਾਹੀ। ਹੀ ਸ਼ੇਅਰਸ ਆ ਕਾਮਨ ਬੌਂਡ ਆਫ ਵੈਲੋਰ ਕਰੇਜ ਐਂਡ ਬ੍ਰਦਰਹੁੱਡ ਵਿਦ ਆਲ ਦਾ ਸੋਲਜੀਅਰਸ। ਉਹ ਜਿਹੜਾ ਇੱਕ ਸੱਚਾ ਸਿਪਾਹੀ ਹੈ, ਉਸ ਦੇ ਵਿੱਚ ਕਾਮਨ ਬੌਂਡ ਹੁੰਦਾ ਹੈ ਸਾਰੇ ਸਿਪਾਹੀਆਂ ਦੇ ਵਿੱਚ, ਬਹਾਦਰੀ ਦਾ, ਕਰੇਜ ਹੌਸਲਾ ਹੁੰਦਾ ਹੈ, ਅਤੇ ਭਰਾਤਰੀ ਭਾਵ ਹੁੰਦਾ ਹੈ। ਸਾਰੇ ਸੋਲਜੀਅਰ ਦੇ ਵਿੱਚ ਆਪਸ ਵਿੱਚ ਇਹ ਚੀਜ਼ਾਂ ਕਾਮਨ ਹੁੰਦੀਆਂ ਨੇ। ਹਾਂਜੀ, ਹੁਣ ਪੋਇਮ ਸ਼ੁਰੂ ਹੋ ਰਹੀ ਹੈ। ਸਰ ਹੈਨਰੀ ਨਿਊਬੋਲਟ ਦੇਖੋ ਕੀ ਕਹਿ ਰਹੇ ਨੇ ਇਸ ਪੋਇਮ ਦੇ ਵਿੱਚ। ਇਨ ਦਾ ਫਸਟ ਈਅਰ ਆਫ ਹਿਮ ਦੈਟ ਫਸਟ ਵਾਜ ਐਂਪਰਰ ਐਂਡ ਕਿੰਗ ਆ ਰਾਈਡਰ ਕੇਮ ਟੂ ਦਾ ਰੋਜ਼ ਰੈੱਡ ਹਾਊਸ ਦਾ ਹਾਊਸ ਆਫ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਦਾ ਘਰ ਹੈ ਬੱਚਿਓ, ਜਿੱਥੋਂ ਦੀ ਇਹ ਸਟੋਰੀ ਹੈ। ਇਨ ਦਾ ਫਸਟ ਈਅਰ ਆਫ ਹਿਮ, ਪ੍ਰਤਾਪ ਸਿੰਘ ਦੇ ਪਹਿਲੇ ਸਾਲ ਹੀ, ਦੈਟ ਫਸਟ ਵਾਜ ਐਂਪਰਰ ਐਂਡ ਕਿੰਗ, ਜਦੋਂ ਉਹ ਪਹਿਲੀ ਵਾਰ ਰਾਜਾ ਬਣਿਆ ਅਤੇ ਬਾਦਸ਼ਾਹ ਬਣਿਆ। ਉਹ ਬਾਦਸ਼ਾਹ ਅਤੇ ਰਾਜਾ ਬਣਨ ਦੇ ਪਹਿਲੇ ਸਾਲ ਦੇ ਦੌਰਾਨ ਹੀ ਆ ਰਾਈਡਰ ਕੇਮ ਟੂ ਦਾ ਰੋਜ਼ ਰੈੱਡ ਹਾਊਸ, ਇੱਕ ਘੋੜ ਸਵਾਰ ਉਸ ਲਾਲ ਗੁਲਾਬੀ ਘਰ 'ਤੇ ਆਇਆ। ਦਾ ਹਾਊਸ ਆਫ ਪ੍ਰਤਾਪ ਸਿੰਘ, ਉਹ ਘਰ ਕਿਹਦਾ ਸੀਗਾ? ਸਰ ਪ੍ਰਤਾਪ ਸਿੰਘ ਦਾ ਘਰ ਸੀਗਾ। ਰੋਜ਼ ਰੈੱਡ ਹਾਊਸ ਕਿਉਂ ਕਿਹਾ ਹੋਇਆ ਹੈ? ਕਿਉਂਕਿ ਉਸ ਘਰ ਦਾ ਜਿਹੜਾ ਰੰਗ ਸੀ, ਇੱਟਾਂ ਦਾ ਰੰਗ ਸੀ, ਜਿਹੜਾ ਉਸ ਘਰ ਦਾ ਰੰਗ ਸੀ ਉਹ ਰੋਜ਼ ਰੈੱਡ ਸੀਗਾ। ਰੋਜ਼ ਹੁੰਦਾ ਜਿਹੜਾ ਉਹ ਰੈੱਡ ਹੁੰਦਾ ਹੈ। ਰੋਜ਼ ਮੀਨਜ਼ ਗੁਲਾਬ ਦਾ ਫੁੱਲ, ਰੈੱਡ ਮੀਨਜ਼ ਲਾਲ। ਇਸ ਕਰਕੇ ਉਸ ਘਰ ਦਾ ਜਿਹੜਾ ਰੰਗ ਸੀ ਉਹ ਲਾਲ ਸੀ। ਇਹ ਤਾਂ ਹੀ ਉਹ ਪ੍ਰਤਾਪ ਸਿੰਘ ਦੇ ਘਰ ਨੂੰ ਰੋਜ਼ ਰੈੱਡ ਹਾਊਸ ਦਾ ਨਾਮ ਦਿੱਤਾ ਗਿਆ। ਆ ਰਾਈਡਰ ਹੁੰਦਾ ਬੱਚੇ ਉਹ ਘੋੜ ਸਵਾਰ, ਐਂਪਰਰ ਹੁੰਦਾ ਬਾਦਸ਼ਾਹ, ਅਤੇ ਕਿੰਗ ਹੁੰਦਾ ਰਾਜਾ। ਨਾਲ ਦੀ ਨਾਲ ਤੁਸੀਂ ਵਰਡ ਮੀਨਿੰਗ ਵੀ ਕਰੀ ਜਾਣੇ ਨੇ। ਹਾਂਜੀ, ਯੰਗ ਹੀ ਵਾਜ਼ ਐਂਡ ਐਨ ਇੰਗਲਿਸ਼ਮੈਨ, ਉਹ ਜਵਾਨ ਸੀ, ਯੰਗ ਸੀ, ਨੌਜਵਾਨ ਸੀ, ਅਤੇ ਅੰਗਰੇਜ਼ ਸੀ। ਐਨ ਇੰਗਲਿਸ਼ਮੈਨ ਕੌਣ? ਜਿਹੜਾ ਰਾਈਡਰ ਆਇਆ ਸੀ। ਐਂਡ ਆ ਸੋਲਜੀਅਰ ਹਿਲਟ ਐਂਡ ਹੀਲ, ਅਤੇ ਇੱਕ ਸਿਪਾਹੀ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ। ਹਿਲਟ ਐਂਡ ਹੀਲ ਦਾ ਮਤਲਬ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ। ਐਂਡ ਹੀ ਸਟਰੱਕ ਫਾਇਰ ਇਨ ਪ੍ਰਤਾਪ's ਹਾਰਟ ਐਜ਼ ਦਾ ਸਟੀਲ ਸਟ੍ਰਾਈਕਸ ਔਨ ਸਟੀਲ। ਜਿਵੇਂ ਬੱਚਿਓ ਸਟੀਲ ਦੇ ਨਾਲ, ਲੋਹੇ ਦੇ ਨਾਲ, ਜਾਂ ਕਹਿ ਲਓ ਫੌਲਾਦ ਦੇ ਨਾਲ ਫੌਲਾਦ ਟਕਰਾ ਕੇ ਅੱਗ ਨਿਕਲਦੀ ਹੈ, ਇਸੇ ਤਰ੍ਹਾਂ ਪ੍ਰਤਾਪ ਸਿੰਘ ਦੇ ਦਿਲ ਵਿੱਚ ਉਸ ਘੋੜ ਸਵਾਰ ਨੇ, ਉਸ ਘੋੜ ਸਵਾਰ ਦਾ ਦਿਲ ਜਦੋਂ ਪ੍ਰਤਾਪ ਸਿੰਘ ਦੇ ਦਿਲ ਨਾਲ ਮਿਲਿਆ ਤਾਂ ਪ੍ਰਤਾਪ ਸਿੰਘ ਦੇ ਦਿਲ ਵਿੱਚੋਂ ਵੀ ਫੌਲਾਦ ਦੀ ਤਰ੍ਹਾਂ ਹੀ ਅੱਗ ਨਿਕਲੀ। ਬਨੀਥ ਦਾ ਮੋਰਨਿੰਗ ਸਟਾਰ ਦੇ ਰੋਡ, ਬਨੀਥ ਹੁੰਦਾ ਬੱਚਿਓ ਛਾਵੇਂ ਹੇਠਾਂ,
ਮੋਰਨਿੰਗ ਸਟਾਰ ਜਿੱਥੇ ਆਪਾਂ ਕਹਾਂਗੇ ਬਨੀਥ ਦਾ ਮੋਰਨਿੰਗ ਸਟਾਰਜ, ਸਾਰੇ ਦਾ ਮੀਨਿੰਗ ਆਏਗਾ ਵੀ ਸਵੇਰੇ ਅਰਲੀ ਮੋਰਨਿੰਗ, ਜਦੋਂ ਤਾਰੇ ਹੁੰਦੇ ਨੇ ਤੇ ਸੂਰਜ ਨਿਕਲਿਆ ਨਹੀਂ ਹੁੰਦਾ ਹਜੇ, ਸਵੇਰੇ ਅਰਲੀ ਮੋਰਨਿੰਗ ਦੇ ਰੋਡ ਉਹ ਘੋੜ ਸਵਾਰੀ ਕਰਿਆ ਕਰਦੇ ਸਨ। ਇੱਥੇ ਦੇ ਲੱਗਿਆ ਹੋਇਆ ਕਿਹਦੇ ਵਾਸਤੇ? ਇੱਕ ਰਾਈਡਰ ਵਾਸਤੇ, ਜਿਹੜਾ ਇੰਗਲਿਸ਼ਮੈਨ ਸੀ ਜਿਹੜਾ ਆਇਆ ਸੀ ਸਰ ਪ੍ਰਤਾਪ ਸਿੰਘ ਦੇ ਘਰ, ਤੇ ਦੂਸਰਾ ਪ੍ਰਤਾਪ ਸਿੰਘ ਵਾਸਤੇ। ਬਨੀਥ ਦਾ ਈਵਨਿੰਗ ਸਨ। ਅੱਛਾ, ਹੋਰ ਕਦੋਂ ਘੋੜ ਸਵਾਰੀ ਕਰਿਆ ਕਰਦੇ ਸੀ? ਬਨੀਥ ਦਾ ਈਵਨਿੰਗ ਸਨ, ਇੱਥੇ ਆਪਾਂ ਕਹਾਂਗੇ ਜਦੋਂ ਸੂਰਜ ਢਲ ਰਿਹਾ ਹੁੰਦਾ ਹੈ, ਬਟ ਪੂਰਾ ਛਿਪਿਆ ਨਹੀਂ ਹੁੰਦਾ, ਸੂਰਜ ਢਲ ਰਿਹਾ ਹੁੰਦਾ ਹੈ ਸ਼ਾਮ ਨੂੰ, ਸੂਰਜ ਛਿਪਣ ਵੇਲੇ, ਤੇ ਸਵੇਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਘੋੜ ਸਵਾਰੀ ਕਰਿਆ ਕਰਦੇ ਸਨ। ਐਂਡ ਦੇਅਰ ਬਲੱਡ ਸੈਂਗ ਟੂ ਦੈਮ ਐਜ਼ ਦੇ ਰੋਡ ਦੈਟ ਆਲ ਗੁੱਡ ਵਾਰਸ ਆਰ ਵਨ। ਅਤੇ ਜਦੋਂ ਉਹ ਘੋੜ ਸਵਾਰੀ ਕਰਿਆ ਕਰਦੇ ਸਨ ਤਾਂ ਉਹਨਾਂ ਦਾ ਜਿਹੜਾ ਖੂਨ ਸੀ ਉਹ ਇੱਕ ਹੀ ਗੀਤ ਗਾਉਂਦਾ ਸੀ ਕਿ ਚੰਗੇ ਕੰਮਾਂ ਦੇ ਲਈ ਕੀਤੀਆਂ ਲੜਾਈਆਂ ਸਭ ਇੱਕੋ ਜਿਹੀਆਂ ਹੀ ਹੁੰਦੀਆਂ ਨੇ, ਚੰਗੇ ਕੰਮਾਂ ਵਾਸਤੇ ਕੀਤੇ ਜਾਣ ਵਾਲੇ ਯੁੱਧ ਇੱਕ ਜੈਸੇ ਹੀ ਹੁੰਦੇ ਹਨ। They told their tales of the love of women, their tales of east and west, but their blood sang that of all their loves, they loved a soldier best। ਹਾਂਜੀ ਬੱਚਿਓ, ਦੇ ਟੋਲਡ ਦੇਅਰ ਟੇਲਜ਼ ਹੁੰਦੀਆਂ ਨੇ ਸਟੋਰੀਜ਼, ਲਵ ਆਫ ਵਿਮਨ ਔਰਤਾਂ ਨਾਲ ਪਿਆਰ ਦੀਆਂ ਕਹਾਣੀਆਂ, ਟੇਲਜ਼ ਫੇਰ ਕਹਾਣੀਆਂ ਆ ਗਿਆ। ਈਸਟ ਐਂਡ ਵੈਸਟ ਦਾ ਇੱਥੇ ਮਤਲਬ ਦੇਖ ਲਓ, ਇੱਕ ਜਾਣਾ ਵੈਸਟ ਦੇ ਵਿੱਚੋਂ ਆਇਆ ਜਿਹੜਾ ਇੰਗਲਿਸ਼ਮੈਨ ਹੈ, ਅਤੇ ਇੱਕ ਜਾਣਾ ਈਸਟ ਵਿੱਚੋਂ ਆਇਆ ਜਿਹੜਾ ਸਰ ਪ੍ਰਤਾਪ ਸਿੰਘ ਈਸਟ ਦੇ ਨੇ, ਅਤੇ ਵੈਸਟ ਦੇ ਹੈਗੇ ਨੇ ਇੰਗਲਿਸ਼ਮੈਨ ਜਿਹੜਾ ਰਾਈਡਰ ਸੀਗਾ। ਦੇ ਟੋਲਡ ਦੇਅਰ ਟੇਲਜ਼ ਆਫ ਦਾ ਲਵ ਆਫ ਵਿਮਨ, ਉਹ ਔਰਤਾਂ ਦੇ ਪਿਆਰ ਦੀਆਂ ਕਹਾਣੀਆਂ ਇੱਕ ਦੂਜੇ ਨੂੰ ਦੱਸਦੇ ਆਪਣੀਆਂ। ਦੇਅਰ ਟੇਲਜ਼ ਆਫ ਈਸਟ ਐਂਡ ਵੈਸਟ, ਈਸਟ ਵਾਲਾ ਆਪਣੀਆਂ ਕਹਾਣੀਆਂ ਦੱਸਦਾ ਅਤੇ ਵੈਸਟ ਵਾਲਾ ਆਪਣੀਆਂ ਕਹਾਣੀਆਂ ਦੱਸਦਾ। ਬਟ ਦੇਅਰ ਬਲੱਡ ਸੈਂਗ ਦੈਟ ਆਫ ਆਲ ਦੇਅਰ ਲਵਜ਼ ਦੇ ਲਵਡ ਆ ਸੋਲਜੀਅਰ ਬੈਸਟ। ਪਰੰਤੂ ਉਹਨਾਂ ਦਾ ਜਿਹੜਾ ਖੂਨ ਸੀ ਉਦੋਂ ਰਾਈਡਰ ਕਰਨ ਵੇਲੇ, ਘੋੜ ਸਵਾਰੀ ਕਰਨ ਸਮੇਂ, ਉਹ ਖੂਨ ਉਹਨਾਂ ਦਾ ਦੱਸਦਾ ਵੀ ਉਹਨਾਂ ਸਾਰੇ ਪਿਆਰਾਂ ਤੋਂ ਉੱਤਮ, ਵੀ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ, ਖੂਨ ਦਾ ਮਤਲਬ ਵੀ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਖੌਲ ਰਹੀ ਸੀ ਵੀ ਇਹਨਾਂ ਸਾਰੇ ਪਿਆਰਾਂ ਦੇ ਉੱਤੋਂ ਦੀ ਇੱਕ ਸਿਪਾਹੀ ਦਾ ਜਿਹੜਾ ਪਿਆਰ ਹੈ ਉਹ ਦਾ ਬੈਸਟ ਹੈ, ਉਹ ਸਭ ਤੋਂ ਵਧੀਆ ਪਿਆਰ ਹੈ। So ran their joy the allotted days, till at the last day's end, the shadows stilled the rose-red house and the heart of Pratap's friend। ਇਸ ਲਈ ਉਹਨਾਂ ਦਾ ਜਿਹੜਾ ਪਿਆਰ ਸੀ ਬੱਚਿਓ, ਉਹਨਾਂ ਦੇ ਆਨੰਦ ਦੇ ਦਿਨ ਸੀਗੇ, ਇਕੱਠੇ ਰਹਿਣ ਵਾਲੇ ਦਿਨ ਸੀ, ਉਹ ਮਿਥੇ ਹੋਏ ਦਿਨ ਖਤਮ ਹੋ ਗਏ। ਅਲੋਟਡ ਡੇਜ਼ ਹੁੰਦਾ ਜਿੰਨੇ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ੇ ਹੋਏ ਦਿਨ ਨੇ। ਇਹ ਜਿਹੜੀ ਡੈਥ ਅਤੇ ਬਰਥ ਹੈ ਇਹ ਆਪਣੇ ਹੱਥ 'ਚ ਨਹੀਂ ਹੈਗੀਆਂ ਬੱਚਿਓ, ਇਹ ਪ੍ਰਮਾਤਮਾ ਦੇ ਹੱਥ 'ਚ ਨੇ। ਜਦੋਂ ਜਿੰਨਾ ਟਾਈਮ ਜਿਹਨੂੰ ਦਿੱਤਾ ਜਾਂਦਾ ਪ੍ਰਮਾਤਮਾ ਅਲੋਟ ਕਰਦਾ, ਉਨਾ ਸਮਾਂ ਆਪਾਂ ਇਸ ਧਰਤੀ 'ਤੇ ਰਹਿ ਕੇ ਇੰਜੋਏ ਕਰਦੇ ਹਾਂ। ਇਸ ਲਈ ਉਹਨਾਂ ਦੇ ਜਿਹੜੇ ਇੰਜੋਏ ਦੇ ਦਿਨ ਸੀ ਉਹ ਮਿਥੇ ਹੋਏ ਦਿਨ ਖਤਮ ਹੋ ਗਏ। ਟਿਲ ਐਟ ਦਾ ਲਾਸਟ ਡੇਜ਼ ਐਂਡ, ਜਦੋਂ ਤੱਕ ਕਿ ਅੰਤਮ ਦਿਨ ਆ ਗਿਆ। ਦਾ ਸ਼ੈਡੋ ਸਟਿਲਡ ਦਾ ਰੋਜ਼ ਰੈਡ ਹਾਊਸ, ਅਤੇ ਉਹ ਪਰਛਾਈ, ਸ਼ੈਡੋ ਇੱਥੇ ਮੌਤ ਦੀ ਪਰਛਾਈ ਨੂੰ ਕਿਹਾ ਗਿਆ ਹੈ। ਮੌਤ ਦੀ ਪਰਛਾਈ ਨੇ ਉਹ ਜਿਹੜਾ ਰੋਜ਼ ਰੈੱਡ ਹਾਊਸ ਸੀ ਉਹਨੂੰ ਸਟਿਲ ਕਰ ਦਿੱਤਾ, ਸਥਿਰ ਕਰ ਦਿੱਤਾ। ਐਂਡ ਦਾ ਹਾਰਟ ਆਫ ਪ੍ਰਤਾਪਜ ਫਰੈਂਡ, ਅਤੇ ਹੋਰ ਕਿਹਨੂੰ? ਪ੍ਰਤਾਪ ਦੇ ਦੋਸਤ ਦੇ ਦਿਲ ਦੇ ਉੱਤੇ ਉਹ ਪਰਛਾਈ ਪੈ ਗਈ। ਕਹਿਣ ਦਾ ਮਤਲਬ ਪ੍ਰਤਾਪ ਦਾ ਜਿਹੜਾ ਫਰੈਂਡ ਸੀ, ਇੰਗਲਿਸ਼ਮੈਨ ਸੀ, ਉਸ ਦੀ ਡੈਥ ਹੋ ਗਈ, ਅਤੇ ਰੋਜ਼ ਰੈੱਡ ਹਾਊਸ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਦੁਖੀ ਹੋ ਗਏ। ਦੁੱਖਾਂ ਦੀ ਪਰਛਾਈ ਰੋਜ਼ ਰੈੱਡ ਹਾਊਸ 'ਤੇ ਪੈ ਗਈ। ਵੈਨ ਮੋਰਨਿੰਗ ਕੇਮ, ਜਦੋਂ ਸਵੇਰ ਹੋਈ। ਇਨ ਨੈਰੋ ਚੈਸਟ, ਇੱਕ ਤੰਗ ਜਿਹੇ ਤਾਬੂਤ ਦੇ ਵਿੱਚ, ਚੈਸਟ ਬੱਚੋ ਇੱਥੇ ਤਾਬੂਤ ਨੂੰ ਕਹਾਂਗੇ, ਜਿਹਦੇ ਵਿੱਚ ਆਪਾਂ ਡੈੱਡ ਬੋਡੀ ਨੂੰ ਰੱਖਦੇ ਹਾਂ। ਦਾ ਸੋਲਜੀਅਰ ਦੇ ਫੇਸ ਦੇ ਹੈੱਡ, ਉਹਨਾਂ ਨੇ ਸਿਪਾਹੀ ਦੇ ਚਿਹਰੇ ਨੂੰ ਲੁਕੋ ਦਿੱਤਾ, ਉਸ ਤਾਬੂਤ ਵਿੱਚ ਬੰਦ ਕਰ ਦਿੱਤਾ। ਐਂਡ ਓਵਰ ਹਿਜ ਫਾਸਟ ਡਰੀਮਿੰਗ ਆਈਜ਼ ਸ਼ਟ ਡਾਊਨ ਦਾ ਨੈਰੋ ਲਿਡ, ਅਤੇ ਉਸ ਦੀਆਂ ਤੀਬਰ ਸੁਪਨੇ ਲੈਣ ਵਾਲੀਆਂ ਅੱਖਾਂ ਨੂੰ ਤਾਬੂਤ ਦੇ ਢੱਕਣ ਦੇ ਨਾਲ ਸ਼ਟ ਡਾਊਨ ਕਰ ਦਿੱਤਾ, ਬੰਦ ਕਰ ਦਿੱਤਾ। 3 were there of his race and creed, 3 only and no more,
They could not find to bear the dead a fourth in all Jodhpur. ਹਾਂਜੀ ਬੱਚਿਓ, ਉਸ ਇੰਗਲਿਸ਼ਮੈਨ ਦੀ ਨਸਲ ਦੇ ਜਾਤ ਦੇ ਜੋਧਪੁਰ ਦੇ ਵਿੱਚ ਪੂਰੇ 3 ਹੀ ਵਿਅਕਤੀ ਸਨ। 3 ਵਰ ਦੇਅਰ, 3 ਹੀ ਵਿਅਕਤੀ ਸਨ। 3 ਓਨਲੀ ਐਂਡ ਨੋ ਮੋਰ, ਅਤੇ 3 ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਤੁਹਾਨੂੰ ਪਤਾ ਹੈ ਅਰਥੀ ਦੇਣ ਵਾਸਤੇ 4 ਬੰਦਿਆਂ ਦੀ, ਅਰਥੀ ਨੂੰ ਮੋਢਾ ਦਿੰਦੇ ਨੇ, ਅਰਥੀ ਨੂੰ ਚੁੱਕਣ ਵਾਸਤੇ 4 ਬੰਦਿਆਂ ਦੀ ਜ਼ਰੂਰਤ ਹੁੰਦੀ ਹੈ। ਦੇ ਕੁਡ ਨਾਟ ਫਾਈਂਡ ਆ ਬੀਅਰਡ ਦਾ ਡੈਡ ਆ ਫੋਰਥ ਇਨ ਆਲ ਜੋਧਪੁਰ, ਪੂਰੇ ਜੋਧਪੁਰ ਦੇ ਵਿੱਚ ਉਹਨਾਂ ਨੂੰ ਅਰਥੀ ਨੂੰ ਮੋਢਾ ਦੇਣ ਵਾਲਾ ਚੌਥਾ ਵਿਅਕਤੀ ਨਾ ਲੱਭਾ। ਉਹ ਮਹਾਰਾਜ ਆਫ ਯੂਅਰ ਗੁੱਡ ਗ੍ਰੇਸ ਸੈਂਡ ਅਸ ਆ ਸਵੀਪਰ ਦੇਅਰ, ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਸਰ ਪ੍ਰਤਾਪ ਸਿੰਘ ਸੀਗੇ, ਉਦੋਂ ਐਂਪਰਰ ਸੀਗੇ ਉਹ। ਆਫ ਯੂਅਰ ਗ੍ਰੇਸ ਗੁੱਡ ਰੇਸ, ਤੁਹਾਡੀ ਬੜੀ ਕਿਰਪਾ ਹੋਵੇਗੀ। ਸੈਂਡ ਅਸ ਆ ਸਵੀਪਰ ਹੇਅਰ, ਵੀ ਜੇ ਤੁਸੀਂ ਸਾਨੂੰ ਇੱਕ ਸਵੀਪਰ ਨੂੰ ਸਾਡੇ ਨਾਲ ਭੇਜ ਦੇਵੋ, ਚੌਥਾ ਬੰਦਾ। ਆ ਸਵੀਪਰ ਹੈਜ਼ ਨੋ ਕਾਸ ਟੂ ਲੂਜ਼ ਈਵਨ ਬਾਈ ਐਨ ਏਲੀਅਨ ਬੀਅਰ, ਵੀ ਇੱਕ ਸਵੀਪਰ ਹੈ ਜਿਹੜਾ ਸਵੀਪਰ ਬੱਚੇ ਉਹ ਸਫਾਈ ਸੇਵਕ ਹੁੰਦਾ ਹੈ, ਝਾੜੂ ਮਾਰਨ ਵਾਲਾ ਹੁੰਦਾ ਹੈ, ਵੀ ਉਸ ਦੀ ਕੋਈ ਜਾਤ ਨਹੀਂ ਲੋਸ ਹੁੰਦੀ, ਉਸ ਦੀ ਕੋਈ ਜਾਤ ਖਤਮ ਨਹੀਂ ਹੁੰਦੀ, ਚਾਹੇ ਉਹ ਕਿਸੇ ਵਿਦੇਸ਼ੀ ਅਰਥੀ ਨੂੰ ਕੰਧਾ ਵੀ ਦੇ ਦੇਵੇ। ਏਲੀਅਨ ਬੱਚੇ ਉਹ ਵਿਦੇਸ਼ੀ ਹੁੰਦਾ ਹੈ, ਬੀਅਰ ਇੱਥੇ ਅਰਥੀ ਆਏਗਾ। ਵਟ ਨੀਡ ਸੈਡ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਨੇ ਕਿਹਾ ਕੀ ਜ਼ਰੂਰਤ ਹੈ, ਕੀ ਜ਼ਰੂਰਤ ਹੈ। ਐਂਡ ਬੋਰਡ ਹਿਜ ਪ੍ਰਿੰਸਲੀ ਹੈਡ, ਅਤੇ ਉਸ ਨੇ ਆਪਣਾ ਸ਼ਾਹੀ ਸਿਰ ਝੁਕਾ ਦਿੱਤਾ। ਆਈ ਹੈਵ ਨੋ ਕਾਸਟ ਫਾਰ ਆਈ ਮਾਈ ਸੈਲਫ ਐਮ ਬੀਅਰਿੰਗ ਫੋਰਥ ਦਾ ਡੈਡ, ਮੇਰੀ ਕੋਈ ਜਾਤ ਨਹੀਂ ਹੈ, ਕਿਉਂਕਿ ਮੈਂ ਹੀ ਚੌਥਾ ਵਿਅਕਤੀ ਹਾਂ ਜਿਹੜਾ ਇਸ ਅਰਥੀ ਨੂੰ ਕੰਧਾ ਦੇਵਾਂਗਾ। ਚੌਥਾ ਵਿਅਕਤੀ ਮੈਂ ਹਾਂ ਜੋ ਇਸ ਅਰਥੀ ਨੂੰ ਕੰਧਾ ਦੇਵਾਂਗਾ। ਓ ਮਹਾਰਾਜ, ਓ ਪੈਸ਼ਨੇਟ ਹਾਰਟ, ਬੀ ਵਾਈਜ਼, ਬੀ ਥਿੰਕ ਯੂ ਜੈਟ, ਹੇ ਮਹਾਰਾਜ, ਹੇ ਭਾਵਕ ਦਿਲ ਮਹਾਰਾਜ। ਬੀ ਵਾਈਜ਼ ਮਤਲਬ ਸਿਆਣੇ ਬਣੋ। ਬੀ ਥਿੰਕ ਦੁਬਾਰਾ ਸੋਚ ਲਵੋ। ਯੂ ਜੈਟ ਤੁਸੀਂ ਅਜੇ ਵੀ ਦੁਬਾਰਾ ਸੋਚ ਲਵੋ। ਦੈਟ ਵਿਚ ਯੂ ਲੂਜ਼ ਟੂਡੇ ਇਜ਼ ਲੋਸਟ ਟਿਲ ਦਾ ਲਾਸਟ ਸਨ ਸ਼ੈਲ ਸੈਟ, ਕਿਉਂਕਿ ਜਿਹੜਾ ਤੁਸੀਂ ਜੋ ਕੁਝ ਤੁਸੀਂ ਅੱਜ ਖੋ ਲਵੋਗੇ, ਤੁਹਾਡੀ ਜ਼ਿੰਦਗੀ ਦੇ ਅਖੀਰਲੇ ਸੂਰਜ ਤੱਕ ਉਹ ਖੋਇਆ ਹੀ ਰਹੇਗਾ, ਜਾਣੀ ਤੁਹਾਡੀ ਡੈਥ ਹੋਣ ਤੱਕ ਉਹ ਤੁਹਾਡਾ ਖੋਇਆ ਹੀ ਰਹੇਗਾ। ਕੀ ਖੋ ਲਓਗੇ? ਕਹਿੰਦੇ ਜਾਤ ਮਤਲਬ। ਹਾਂਜੀ, ਗੋਡ ਓਨਲੀ ਨੋਜ਼ ਸੈਡ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਨੇ ਕਿਹਾ ਸਿਰਫ ਪਰਮਾਤਮਾ ਹੀ ਜਾਣਦਾ ਹੈ। ਦੈਟ ਵਿਚ ਆਈ ਲੋਸ ਟੂਡੇ, ਕਿ ਜਿਹੜਾ ਕੁਝ ਮੈਂ ਅੱਜ ਖੋਇਆ। ਐਂਡ ਵਿਦਾਊਟ ਮੀ ਨੋ ਹੈਂਡ ਆਫ ਮੈਨ ਸ਼ੈਲ ਬੀਅਰ ਮਾਈ ਫਰੈਂਡ ਅਵੇ, ਅਤੇ ਮੇਰੇ ਤੋਂ ਬਿਨਾਂ ਹੋਰ ਕੋਈ ਵੀ ਹੱਥ ਮੇਰੇ ਦੋਸਤ ਦੀ ਅਰਥੀ ਨੂੰ ਕੰਧਾ ਨਹੀਂ ਦੇਵੇਗਾ। ਉਹ 3 ਤਾਂ ਹੈਗੇ ਨੇ, 3 ਤੋਂ ਇਲਾਵਾ ਚੌਥੇ ਦੀ ਗੱਲ ਹੈ। ਸਟੇਟਲੀ ਐਂਡ ਸਲੋ ਐਂਡ ਸ਼ੋਲਡਰ ਹਾਈ ਇਨ ਦਾ ਸਾਈਟ ਆਫ ਆਲ ਜੋਧਪੁਰ ਦਾ ਡੈਡ ਵੈਂਟ ਡਾਊਨ ਦਾ ਰੋਜ਼ ਰੈਡ ਸਟੈਪਸ ਅਪ ਹੈਲਡ ਬਾਈ ਬੀਅਰਸ ਫੋਰ। ਸਟੇਟਲੀ ਸ਼ਾਨ ਨਾਲ, ਐਂਡ ਸਲੋ ਅਤੇ ਹੌਲੀ ਹੌਲੀ, ਸ਼ੋਲਡਰ ਹਾਈ ਅਤੇ ਪੂਰੀ ਸ਼ਾਨ ਨਾਲ ਮੋਢੇ ਉੱਚੇ ਕਰਕੇ। ਇਨ ਦਾ ਸਾਈਟ ਆਫ ਆਲ ਜੋਧਪੁਰ, ਸਾਰੇ ਜੋਧਪੁਰ ਦੀਆਂ ਨਜ਼ਰਾਂ ਦੇ ਵਿੱਚ। ਦਾ ਡੈਡ ਵੈਂਟ ਡਾਊਨ ਦਾ ਰੋਜ਼ ਰੈਡ ਸਟੈਪਸ ਅਪ ਹੈਲਡ ਬਾਈ ਬੀਅਰਰ ਫੋਰ, ਉਸ ਮ੍ਰਿਤਕ ਦੀ ਡੈਡ ਬੋਡੀ ਨੂੰ ਉੱਪਰ ਤੋਂ ਨੀਚੇ ਲਿਆਂਦਾ ਗਿਆ ਪੌੜੀਆਂ ਦੇ ਵਿੱਚੋਂ। ਰੋਜ਼ ਰੈਡ ਸਟੈਪਸ, ਇੱਥੇ ਪੌੜੀਆਂ ਵਾਸਤੇ ਲਿਖਿਆ ਲਾਲ ਰੰਗ ਦੀਆਂ ਪੌੜੀਆਂ, ਲਾਲ ਰੰਗ ਦਾ ਘਰ ਸੀ ਨਾ, ਤੋਂ ਹੇਠਾਂ ਪੌੜੀਆਂ ਤੋਂ ਹੇਠਾਂ ਲਿਆਂਦਾ ਗਿਆ, ਜਿਹਦੇ ਵਿੱਚ ਚੌਥਾ ਬੰਦਾ ਸਰ ਪ੍ਰਤਾਪ ਸਿੰਘ ਸੀਗੇ। 3 ਇੰਗਲਿਸ਼ਮੈਨ ਸੀ। ਬੈਨ ਡਾਨ, ਜਦੋਂ ਸਵੇਰ ਹੋਈ। ਰੀਲਿਟ ਦਾ ਲੈਂਪ ਆਫ ਗਰੀਫ ਵਿਦਿਨ ਦਾ ਬਰਨਿੰਗ ਈਸਟ, ਅਤੇ ਪੂਰਬ ਦੇ ਵਿੱਚੋਂ ਦੁੱਖਾਂ ਦਾ ਸੂਰਜ ਚੜ੍ਹਿਆ। ਬੱਚਿਓ, ਜਦੋਂ ਆਪਣੇ ਘਰੇ ਖੁਸ਼ੀ ਹੁੰਦੀ ਹੈ ਤਾਂ ਉਹੀ ਸੂਰਜ ਸੁੱਖਾਂ ਦਾ ਹੁੰਦਾ ਆਪਣੇ ਵਾਸਤੇ, ਕਿਉਂਕਿ ਆਪਣੇ ਮਨ ਦੇ ਵਿੱਚ ਆਨੰਦ ਹੁੰਦਾ ਹੈ। ਜਦੋਂ ਆਪਣਾ ਮਨ ਦੁੱਖਾਂ ਨਾਲ ਭਰਿਆ ਹੁੰਦਾ ਹੈ, ਇੱਕ ਵਿਅਕਤੀ ਜਿਹਦਾ ਦੋਸਤ ਮਰ ਗਿਆ, ਉਹਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਹੋਇਆ ਹੈ, ਅਤੇ ਉਸ ਨੂੰ ਉਹੀ ਸੂਰਜ ਦੁੱਖਾਂ ਦਾ ਸੂਰਜ ਲੱਗ ਰਿਹਾ ਹੈ। ਜਦੋਂ ਦੁੱਖਾਂ ਦਾ ਸੂਰਜ ਪੂਰਬ ਦੇ ਵਿੱਚੋਂ ਚੜ੍ਹਿਆ ਅਤੇ ਸਵੇਰ ਹੋਈ। ਦੇਅਰ ਕੇਮ ਆ ਵਰਡ ਟੂ ਪ੍ਰਤਾਪ ਸਿੰਘ ਦਾ ਸਾਫਟ ਵਰਡ ਆਫ ਆ ਪ੍ਰੀਸਟ, ਤਾਂ ਪ੍ਰਤਾਪ ਸਿੰਘ ਨੂੰ ਇੱਕ ਆਵਾਜ਼ ਆਈ। ਕਿਹਦੀ ਆਵਾਜ਼ ਸੀ ਉਹ? ਇੱਕ ਪੰਡਤ ਦੇ ਨਰਮ ਸ਼ਬਦ ਸਨ। ਇੱਕ ਪੰਡਤ ਦੇ ਮੂੰਹ ਵਿੱਚੋਂ ਨਿਕਲੇ ਬਹੁਤ ਨਰਮ ਸ਼ਬਦ ਸਨ। ਹੀ ਵੋਕ
ਉਹ ਜਾਗਿਆ। ਕੌਣ ਜਾਗਿਆ? ਪ੍ਰਤਾਪ ਸਿੰਘ। ਐਂਡ ਈਵਨ ਐਜ਼ ਹੀ ਵੋ, ਅਤੇ ਜਿਉਂ ਹੀ ਉਹ ਉੱਠੇ ਪ੍ਰਤਾਪ ਸਿੰਘ, ਹੀ ਵੈਂਟ ਫੋਰਥ ਆਲ ਇਨ ਵਾਈਟ, ਉਹਨਾਂ ਨੇ ਪੂਰੇ ਕੱਪੜੇ ਚਿੱਟੇ ਪਾਏ ਹੋਏ ਸਨ। ਇਨ ਵਾਈਟ, ਆਲ ਇਨ ਵਾਈਟ ਮਤਲਬ ਪੂਰਾ ਚਿੱਟਾ ਸੂਟ ਪਾਇਆ ਹੋਇਆ ਸੀ। ਚਿੱਟੇ ਸੂਟ ਦੇ ਵਿੱਚ ਹੀ ਉਹ ਬਾਹਰ ਗਏ, ਅੱਗੇ ਵਧੇ। ਐਂਡ ਸੌ ਦਾ ਬ੍ਰਹਿਮੰਡ ਬੋਇੰਗ ਦੇਅਰ, ਅਤੇ ਪੰਡਤਾਂ ਨੂੰ ਸਿਰ ਝੁਕਾਏ ਹੋਏ ਉੱਥੇ ਖੜ੍ਹੇ ਦੇਖਿਆ ਉਹਨਾਂ ਨੇ। ਇਨ ਦਾ ਹਾਰਡ ਮੋਰਨਿੰਗ ਲਾਈਟ, ਇੱਥੇ ਬੱਚੋ ਹਾਰਡ ਮੋਰਨਿੰਗ ਲਾਈਟ ਦਾ ਮਤਲਬ ਵੀ ਇਹੀ ਹੈ ਵੀ ਉਸ ਦੁਖਦਾਈ ਸਵੇਰ ਦੀ ਰੌਸ਼ਨੀ ਦੇ ਵਿੱਚ। ਸਵੇਰ ਦੀ ਰੌਸ਼ਨੀ ਵੀ ਜਦੋਂ ਮਨ ਦਾ ਨਾਲ ਸੰਬੰਧ ਹੈ ਇਸ ਗੱਲ ਦਾ, ਜਦੋਂ ਮਨ ਆਪਣਾ ਦੁਖਦਾਈ ਹੈ ਤਾਂ ਸਵੇਰ ਦੀ ਜਿਹੜੀ ਲਾਈਟ ਹੈ, ਸਵੇਰ ਦੀ ਪਹਿਲੀ ਕਿਰਨ ਹੈ ਸੂਰਜ ਦੀ, ਉਹ ਵੀ ਦੁਖਦਾਈ ਹੀ ਜਾਪਦੀ ਹੈ। ਅਲਾਸ ਉਹ ਮਹਾਰਾਜ, ਅਲਾਸ ਉਹ ਨੋਬਲ ਪ੍ਰਤਾਪ ਸਿੰਘ। ਅਫਸੋਸ ਮਹਾਰਾਜ, ਅਫਸੋਸ ਹੇ ਨੇਕ ਦਿਲ ਪ੍ਰਤਾਪ ਸਿੰਘ। ਫॉर ਹੀਅਰ ਇਨ ਜੋਧਪੁਰ ਯੈਸਟਰਡੇ ਬੀ ਫੈਲਾ ਬੀਅਰ ਫੀਅਰਫੁਲ ਥਿੰਗ, ਕੱਲ੍ਹ ਜੋਧਪੁਰ ਦੇ ਵਿੱਚ ਮਹਾਰਾਜ ਇੱਕ ਬਹੁਤ ਹੀ ਭਿਅੰਕਰ ਘਟਨਾ ਘਟੀ ਹੈ, ਬਹੁਤ ਹੀ ਦੁਖਦਾਈ ਘਟਨਾ ਘਟੀ ਹੈ। ਉਹ ਹੇਅਰ ਇਨ ਜੋਧਪੁਰ ਯੈਸਟਰਡੇ, ਹਾਂਜੀ ਕੱਲ੍ਹ ਜੋਧਪੁਰ ਦੇ ਵਿੱਚ ਇੱਕ ਬਹੁਤ ਭਿਆਨਕ ਘਟਨਾ ਘਟੀ ਹੈ। ਆ ਫੀਅਰਫੁਲ ਥਿੰਗ ਬੀ ਫੈਲ, ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ। ਆ ਫੀਅਰਫੁਲ ਥਿੰਗ ਸੈਡ ਪ੍ਰਤਾਪ ਸਿੰਘ, ਗੋਡ ਐਂਡ ਮਾਈ ਹਾਰਟ ਨੋ ਵੈਲ, ਇੱਕ ਭਿਆਨਕ ਚੀਜ਼ ਪ੍ਰਤਾਪ ਸਿੰਘ ਨੇ ਕਿਹਾ ਵੀ ਮੇਰਾ ਦਿਲ ਅਤੇ ਪਰਮਾਤਮਾ ਇਸ ਭਿਆਨਕ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਆਈ ਲੋਸਟ ਆ ਫਰੈਂਡ, ਮੈਂ ਇੱਕ ਆਪਦਾ ਦੋਸਤ ਖੋ ਲਿਆ ਹੈ, ਵੀ ਇਹੀ ਇੱਕ ਬਹੁਤ ਭਿਆਨਕ ਗੱਲ ਹੈ ਵੀ ਆਈ ਲੋਸਟ ਆ ਫਰੈਂਡ, ਮੈਂ ਆਪਣਾ ਇੱਕ ਦੋਸਤ ਖੋ ਲਿਆ ਹੈ। ਹਾਂਜੀ, ਉਸ ਤੋਂ ਬਾਅਦ ਪੰਡਤ ਬੋਲਦੇ ਨੇ ਹੁਣ, ਮੋਰ ਫੀਅਰਫੁਲ ਜੈਟ ਵੈਨ ਡਾਊਨ ਦੀਜ ਸਟੈਪਸ ਯੂ ਪਾਸਡ ਇਨ ਸਾਈਟ ਆਫ ਆਲ ਜੋਧਪੁਰ, ਯੂ ਲੋਸਟ ਓ ਮਹਾਰਾਜ ਯੂਅਰ ਕਾਸਟ। ਇਸ ਤੋਂ ਵੀ ਪੰਡਤ ਕਹਿੰਦੇ ਨੇ ਹੁਣ ਵੀ ਨਹੀਂ, ਇਸ ਤੋਂ ਵੀ ਬਹੁਤ ਜ਼ਿਆਦਾ ਵੀ ਦੁਖਦਾਈ ਘਟਨਾ ਇਹ ਹੈ ਵੀ ਜਦੋਂ ਪੂਰੇ ਜੋਧਪੁਰ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਅਰਥੀ ਨੂੰ ਕੰਧਾ ਦੇ ਕੇ ਪੌੜੀਆਂ ਤੋਂ ਹੇਠਾਂ ਉਤਰ ਰਹੇ ਸੀ, ਹੇ ਮਹਾਰਾਜ ਤੁਸੀਂ ਆਪਣੀ ਜਾਤ ਖੋ ਲਈ ਹੈ। ਦੈਨ ਲੈਫਟ ਦਾ ਲਾਈਟ ਇਨ ਪ੍ਰਤਾਪ ਜਾਈ ਐਜ਼ ਦਾ ਫਲੇਮ ਲੀਵਸ ਇਨ ਸਮੋਕ, ਦੋ ਪ੍ਰੀਸਟ thy soul had never known the word thy lips have spoke, then left the light in ਪ੍ਰਤਾਪ ਜਾਈ। ਫਿਰ ਪ੍ਰਤਾਪ ਦੀਆਂ ਅੱਖਾਂ ਦੇ ਵਿੱਚੋਂ ਇੱਕਦਮ ਅੱਗ ਨਿਕਲੀ। ਕਿਹੜੀ ਅੱਗ? ਗੁੱਸੇ ਦੀ ਅੱਗ। ਐਜ਼ ਦਾ ਫਲੇਮ ਲੀਵਸ ਇਨ ਸਮੋਕ, ਜਿਵੇਂ ਧੂਏਂ ਦੇ ਵਿੱਚੋਂ ਅੱਗ ਨਿਕਲਦੀ ਹੈ ਉਵੇਂ ਪ੍ਰਤਾਪ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਗੁੱਸੇ ਦੀ ਅੱਗ ਨਿਕਲੀ। ਦੋ ਪ੍ਰੀਸਟ, ਤੁਸੀਂ ਪੁਜਾਰੀ, ਦਾਏ ਸੋਲ ਹੈਥ ਨੈਵਰ ਨੋਨ, ਇੱਥੇ ਦਾਏ ਮਿੰਜ ਮਤਲਬ ਯੂਅਰ ਆਏਗਾ, ਹੈਥ ਮਿੰਜ ਹੈਜ਼ ਆਏਗਾ, ਵੀ ਤੁਹਾਡੀ ਆਤਮਾ ਨੂੰ ਕਦੇ ਪਤਾ ਨਹੀਂ ਲੱਗਦਾ। ਦਾ ਵਰਡ ਦਾਈ ਲਿਪਸ ਹੈਵ ਸਪੋਕ, ਵੀ ਤੁਹਾਡੇ ਜਿਹੜੇ ਬੁੱਲ ਨੇ ਉਹ ਕੀ ਬੋਲਦੇ ਨੇ, ਤੁਹਾਡੇ ਬੁੱਲਾਂ, ਤੁਹਾਡੀ ਕਰਨੀ ਅਤੇ ਕਥਨੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਵੀ ਤੁਸੀਂ ਬੁੱਲਾਂ ਤੋਂ ਕੀ ਬੋਲਦੇ ਹੋ ਅਤੇ ਤੁਹਾਡੀ ਆਤਮਾ ਉਸ ਗੱਲ ਤੋਂ ਜਾਣੂ ਨਹੀਂ ਹੁੰਦੀ। ਮਾਈ ਕਾਸਟ ਨੋ ਯੂ ਦੇਅਰ ਇਜ਼ ਅ ਕਾਸਟ ਅਬਵ ਮਾਈ ਕਾਸਟ ਔਰ ਥਾਈਨ, ਮੇਰੀ ਜਾਤ, ਤੁਹਾਨੂੰ ਪਤਾ ਹੈ ਵੀ ਤੁਹਾਡੀ ਜਾਤ ਨਾਲੋਂ ਅਤੇ ਮੇਰੀ ਜਾਤ ਤੋਂ ਉੱਤਮ ਵੀ ਇੱਕ ਜਾਤ ਹੈ। ਬ੍ਰਾਹਮਣ ਐਂਡ ਰਾਜਪੂਤ ਆਰ ਬਟ ਡਸਟ ਟੂ ਦੈਟ ਇਮੋਰਟਲ ਲਾਈਨ, ਬ੍ਰਾਹਮਣ ਅਤੇ ਰਾਜਪੂਤ ਉਸ ਜਿਹੜੀ ਉੱਚੀ ਜਾਤ ਹੈ, ਉਹ ਪਵਿੱਤਰ ਜਾਤ ਹੈ ਜਿਹੜੀ, ਉਸ ਦੇ ਸਾਹਮਣੇ, ਉਸ ਦੇ ਅੱਗੇ ਧੂੜ ਮਾਤਰ ਹਨ, ਡਸਟ ਹਨ। ਵਾਈਡ ਐਜ਼ ਦਾ ਵਰਡ, ਉਹ ਜਿਹੜੀ ਇਮੋਰਟਲ ਲਾਈਨ ਹੈ, ਉਹ ਇਮੋਰਟਲ ਕਾਸਟ ਹੈ ਜਿਹੜੀ ਅਮਰ ਕਾਸਟ ਹੈ, ਉਹ ਪੂਰੇ ਸੰਸਾਰ ਦੀ ਤਰ੍ਹਾਂ ਵਿਸ਼ਾਲ ਹੈ। ਫਰੀ ਐਜ਼ ਦਾ ਏਅਰ, ਅਤੇ ਹਵਾ ਦੀ ਤਰ੍ਹਾਂ ਆਜ਼ਾਦ ਹੈ। ਪਿਓਰ ਐਜ਼ ਦਾ ਪੂਲ ਆਫ ਡੈਥ, ਅਤੇ ਮੌਤ ਦੇ ਸਰੋਵਰ ਦੇ ਵਾਂਗੂ ਪਵਿੱਤਰ ਹੈ। ਕਿਉਂ ਮੌਤ ਦਾ ਸਰੋਵਰ ਕਿਵੇਂ ਪਵਿੱਤਰ ਹੈ ਬੱਚਿਓ? ਕਿਉਂਕਿ ਮੌਤ ਇੱਕ ਗਰੀਬ ਨੂੰ ਵੀ ਉੱਦਾਂ ਹੀ ਆਉਂਦੀ ਹੈ, ਇੱਕ ਅਮੀਰ ਨੂੰ ਵੀ ਉਸੇ ਤਰ੍ਹਾਂ ਹੀ ਆਉਂਦੀ ਹੈ। ਮੌਤ ਇੱਕ ਅਮੀਰ ਅਤੇ ਗਰੀਬ 'ਚ ਕੋਈ ਫਰਕ ਨਹੀਂ ਰੱਖਦੀ, ਇਸੇ ਕਰਕੇ ਮੌਤ ਨੂੰ ਪਵਿੱਤਰ ਕਿਹਾ ਹੋਇਆ।
The cast of all earth's noble hearts is the right soldier's faith. ਇਸ ਸੰਸਾਰ ਦੇ ਸਾਰੇ ਨੇਕ ਇਨਸਾਨਾਂ ਦੀ ਜਿਹੜੀ ਜਾਤ ਹੈ, ਉਸੇ ਵਿੱਚ ਹੀ ਇੱਕ ਸੱਚੇ ਸਿਪਾਹੀ ਦਾ ਵਿਸ਼ਵਾਸ ਹੈ। ਉਹੀ ਇੱਕ ਸੱਚੇ ਸਿਪਾਹੀ ਦਾ ਵਿਸ਼ਵਾਸ ਹੈ। ਮਤਲਬ ਇੱਕ ਸੱਚੇ ਸਿਪਾਹੀ ਦੀ ਜਾਤ ਵੀ ਨੇਕ ਦਿਲ ਇਨਸਾਨਾਂ ਦੀ ਜਾਤ ਹੀ ਹੈ। ਹਾਂਜੀ, ਮੈਂ ਫੇਰ ਦੱਸ ਦਿੰਦੀ ਹਾਂ, ਪਹਿਲਾਂ ਵੀ ਦੱਸਿਆ ਸੀ, ਸਰ ਹੈਨਰੀ ਨਿਊਬੋਲਟ ਨੇ ਲਿਖੀ ਹੋਈ ਪੋਇਮ ਹੈ। ਇਹ ਬਹੁਤ ਸੋਹਣੀ ਪੋਇਮ ਹੈ ਬੱਚਿਓ। ਜਿਹੜਾ ਸਰ ਹੈਨਰੀ ਨਿਊਬੋਲਟ ਨੇ ਵਾਜ ਆ ਫੇਮਸ ਬ੍ਰਿਟਿਸ਼ ਪੋਇਟ। ਇਹ ਬਰਤਾਨੀਆ ਦੇ ਇੱਕ ਪ੍ਰਸਿੱਧ ਕਵੀ ਹੋਏ ਨੇ, ਨੋਵਲਿਸਟ ਵੀ ਹੋਏ ਨੇ ਅਤੇ ਬੈਰਿਸਟਰ ਮਤਲਬ ਵਕੀਲ ਵੀ ਹੈਗੇ ਸੀ। ਇਹ ਬੋਰਨ ਇਨ ਬੈਲਿਸਟਨ ਦੇ ਵਿੱਚ ਪੈਦਾ ਹੋਏ ਨੇ। ਕੌਣ? ਸਰ ਹੈਨਰੀ ਨਿਊਬੋਲਟ ਵਾਜ ਐਜੂਕੇਟਡ ਐਟ ਕੋਰਪਸ ਕ੍ਰਿਸਟੀ ਕਾਲਜ ਆਕਸਫੋਰਡ ਕਾਲਜ ਦੇ ਵਿੱਚੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਹੀ ਵਾਜ ਕਾਲਡ ਟੂ ਦਾ ਬਾਰ ਇਨ 1887 ਦੇ ਵਿੱਚ ਉਹਨਾਂ ਨੂੰ ਬਾਰ ਕਹਿੰਦੇ ਸੀ। ਹੀ ਇਜ਼ ਨੋਨ ਫਾਰ ਹਿਜ਼ ਪੋਇਮਜ਼ ਅਬਾਊਟ ਵਾਰ ਔਨ ਲੈਂਡ ਐਂਡ ਔਨ ਸੀ। ਉਹ ਜਾਣੇ ਜਾਂਦੇ ਨੇ ਆਪਣੀਆਂ ਕਵਿਤਾਵਾਂ ਦੇ ਕਰਕੇ। ਯੁੱਧ ਬਾਰੇ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ, ਆਪਣੀ ਧਰਤੀ ਦੇ ਬਾਰੇ ਅਤੇ ਔਨ ਸੀ ਅਤੇ ਸਮੁੰਦਰ ਦੇ ਬਾਰੇ। ਹੀ ਵਾਜ਼ ਐਨ ਆਰਡੈਂਟ ਬਿਲੀਵਰ ਇਨ ਦਾ ਪਾਵਰ ਐਂਡ ਇੰਸਪੀਰੇਸ਼ਨਲ ਕੁਆਲਿਟੀ ਆਫ ਮੈਨੀ ਪੈਟਰੀਓਟਿਕ ਵਰਸ। ਉਹ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਸੀ ਕਾਹਦੇ ਵਿੱਚ? ਇਨ ਦਾ ਪਾਵਰ ਐਂਡ ਇੰਸਪੀਰੇਸ਼ਨਲ ਕੁਆਲਿਟੀ ਆਫ ਮੈਨੀ ਪੈਟਰੀਓਟਿਕ ਵਰਸ। ਦੇਸ਼ ਭਗਤੀ ਦੀਆਂ ਕੁਆਲਿਟੀਜ਼ ਸੀਗੀਆਂ ਉਹਨਾਂ ਦੇ ਵਿੱਚ ਬਹੁਤ। ਦੇਸ਼ ਭਗਤੀ ਦੀ ਪਾਵਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਸੀ। ਹੀ ਇਜ਼ ਦਾ ਆਥਰ ਆਫ ਪੈਟਰੀਓਟਿਕ ਪੋਇਮਜ਼। ਦੇਸ਼ ਭਗਤੀ ਦੀਆਂ ਪੋਇਮਜ਼ ਦੇ ਉਹ ਲੇਖਕ ਸਨ। ਹਾਂਜੀ ਬੱਚਿਓ, ਇਸ ਪੋਇਮ ਨੂੰ ਤੁਸੀਂ 2-3 ਵਾਰ ਪੜ੍ਹਨਾ ਹੈ ਤਾਂ ਜੋ ਤੁਸੀਂ ਇਹਦੀ ਕੰਪਰੀਹੈਂਸ਼ਨ ਚੰਗੀ ਤਰ੍ਹਾਂ ਕਰ ਸਕੋ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਵੀ ਕਰਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਤੁਸੀਂ ਲਾਈਕ ਵੀ ਕਰ ਸਕਦੇ ਹੋ। ਥੈਂਕ ਯੂ।